ਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਬੜੀ ਸੋਹਣੀ ਬਾਣੀ ਸਾਡੇ ਹਿਰਦਿਆਂ ਵਿੱਚ ਵਸਾਉਣ ਦੀ ਕਿਰਪਾਲਤਾ ਕਰਨ। ਆਓ ਹੁਣ ਸਮਾਂ ਹੈ ਲੜੀਵਾਰ ਗੁਰਸ਼ਬਦ ਦੀ ਵਿਚਾਰ ਦਾ। ਗੁਰਸ਼ਬਦ ਦੇ ਵਿਚਾਰ ਆਪਾਂ ਨੂੰ ਸਰਵਣ ਕਰਵਾ ਰਹੇ ਹਨ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਮੇਰ ਸਿੰਘ ਜੀ ਰਾਜਪੁਰਾ। ਆਓ ਉਹਨਾਂ ਪਾਸੋਂ ਗੁਰਸ਼ਬਦ ਦੇ ਵਿਚਾਰ ਸਰਵਣ ਕਰਕੇ ਆਪਣੇ ਗੁਰੂ ਦੇ ਸਤਿਨਾਮ ਦਾ ਜ਼ਿਕਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਗਾ ਹੈਗਾ ਵਿੱਚ ਗੱਲ ਲੱਗਿਆ ਉਹਦੇ ਵਾਹਿਗੁਰੂ ਸਾਹਿਬ ਜੀ ਨਨੋਤ ਬੰਦਨ ਕਵਾਰ ਸਰਵ ਕਲਾ ਸਮਰੱਥ ਲੋਲਨ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਅਗਮ ਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਕਰੀ ਵਖਿਆਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਕਰੀ ਵਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਚੇ ਬਾਝੋਂ ਕੋ ਅਵਰ ਨਾ ਦੁਆ ਦੂਜੈ ਲਾਗ ਜਗ ਖਾਪਾ ਮੂਆ ਗੁਰਮੁਖ ਹੋਵੇ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਗੁਰਮੁਖ ਹੋਵੇ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਬੜਭਾਗੀਓ ਆਪ ਸਾਰੇ ਜੋ ਕਿ ਦੀਨ ਦੁਨੀ ਦੇ ਮਾਲਕ ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਵ ਕਲਾ ਭਰਪੂਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਪਿਆਰ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਇਹ ਵੀ ਫਰਮਾਨ ਹੈ, ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ।
ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭਉ ਜਲ ਦੁਤਰ ਤਰੀਐ ਜੀਉ। ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਉਪਰੰਤ ਗੁਰੂ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਜੋ ਇਸ ਪਾਵਨ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਔਰ ਨਿਰੰਤਰ ਆਪ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ। ਸੋ ਗੁਰਮੁਖੋ, ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 113 ਉੱਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸ਼ਬਦ ਜੋ 8 ਬੰਦਾਂ ਦੇ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ, ਜਿਹੜੀਆਂ 8 ਪੌੜੀਆਂ ਹਨ। ਸੋ ਜਿਨ੍ਹਾਂ ਦੇ ਵਿੱਚੋਂ ਆਪ ਜੀ ਨੇ 5 ਪੌੜੀਆਂ ਦੀ ਪਹਿਲਾਂ ਕਥਾ ਸਰਵਣ ਕੀਤੀ ਹੈ। ਇਸ ਸਮੇਂ 6ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ। ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਪਿਆਰ ਦੇ ਨਾਲ ਤੁਹਾਡੀ ਬਾਣੀ ਨੂੰ ਅਸੀਂ ਵਿਚਾਰੀਏ, ਪੜ੍ਹੀਏ, ਸੁਣੀਏ ਔਰ ਗੁਰਬਾਣੀ ਦਾ ਮਹਾਨ ਭਾਵ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਵਸ ਜਾਵੇ। ਗੁਰਬਾਣੀ ਦੀ ਜੋ ਕਥਾ ਹੈ, ਜਦੋਂ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਜੀ ਨੇ ਸ਼ਬਦ ਦੀ ਵਿਚਾਰ ਬਾਰੇ ਦੱਸਿਆ ਹੈ ਕਿ ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਦਾਸੀਆਂ ਦੀ ਸਮਾਪਤੀ ਤੋਂ ਬਾਅਦ ਕਰਤਾਰਪੁਰ ਸਾਹਿਬ ਨਗਰ ਵਿਖੇ ਆ ਕੇ ਬਿਰਾਜਮਾਨ ਹੋਏ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਗੁਰਬਾਣੀ ਦੀ ਕਥਾ ਹੁੰਦੀ ਹੈ। ਸੋ ਸਾਧ ਸੰਗਤ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜੋ ਪਾਵਨ ਬਾਣੀ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਇਹ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ, ਕਿਉਂਕਿ ਸਾਰੇ ਸ਼ਬਦ ਦੀ ਵਿਚਾਰ ਦਾ ਮੁੱਖ ਭਾਵ ਰਹਾਉ ਦੇ ਬੰਦ ਵਿੱਚ ਹੁੰਦਾ ਹੈ। ਰਹਾਉ ਦਾ ਜੋ ਬੰਦ ਹੈ, ਹਉ ਵਾਰੀ ਜੀਉ ਵਾਰੀ, ਗੁਰ ਸ਼ਬਦ ਮਨ ਵਸਾਵਣਿਆ, ਸ਼ਬਦ ਸੂਝੈ ਤਾਂ ਮਨ ਸਿਉ ਰੂਝੈ, ਮਨਸਾ ਮਾਰ ਸਮਾਵਣਿਆ। ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਅਸੀਂ ਉਹਨਾਂ ਤੋਂ ਸਦਕੇ ਹਾਂ, ਕੁਰਬਾਨ ਹਾਂ, ਜੋ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਉਂਦੇ ਹਨ। ਗੁਰੂ ਦੇ ਸ਼ਬਦ ਨੂੰ ਜਿਨ੍ਹਾਂ ਨੇ ਮਨ ਦੇ ਵਿੱਚ ਵਸਾਉਣਾ ਕੀਤਾ ਹੈ ਤੇ ਉਹਨਾਂ ਨੇ ਫਿਰ ਆਪਣੇ ਮਨ ਨੂੰ ਸਮਝਿਆ ਹੈ। ਮਨ, ਕਿਉਂਕਿ ਸਾਡੇ ਜੀਵਨ ਦੇ ਵਿੱਚ ਸਾਰੇ ਦੁੱਖ ਕਲੇਸ਼ ਵਾ ਆਵਾਗਮਨ ਦਾ ਕਾਰਨ ਸਾਡਾ ਮਨ ਹੈ। ਜਦੋਂ ਮਨ ਭਟਕ ਜਾਂਦਾ ਹੈ ਤੇ ਜੀਵ ਮਾੜੇ ਕਰਮ ਕਰਦਾ ਹੈ ਔਰ ਮਾੜੇ ਜੀਵਨ ਦੇ ਰਾਹ ਤੇ ਤੁਰ ਕੇ ਫਿਰ ਇਹ ਆਵਾਗਮਨ ਦਾ ਭਾਗੀ ਬਣ ਜਾਂਦਾ ਹੈ। ਜੋ ਸ਼ਬਦ ਨਾਲ ਜੁੜਿਆ ਹੈ, ਮਹਾਰਾਜ ਕਹਿੰਦੇ ਉਹ ਭਾਈ ਆਪਣੇ ਮਨ ਨੂੰ ਸਮਝ ਕੇ ਫਿਰ ਮਨ ਨਾਲ ਲੂਝਦਾ ਹੈ, ਕਿਉਂਕਿ ਮਨ ਨੂੰ ਗੁਰਬਾਣੀ ਦੇ ਵਿੱਚ ਗਧਾ ਵੀ ਕਿਹਾ ਹੈ, ਪੰਛੀ ਵੀ ਕਿਹਾ ਹੈ, ਕਈ ਨਾਮਾਂ ਦੇ ਨਾਲ ਇਹਨੂੰ ਹਾਥੀ ਵੀ ਕਿਹਾ ਹੈ। ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਮਨ ਪੰਖੀ ਭਿਓ ਉੱਡ ਉੱਡ ਦਹਿ ਸਜਾਏ, ਜੋ ਜੈਸੀ ਸੰਗਤ ਮਿਲੈ ਤੋ ਸੋ ਤੈਸੋ ਫਲ ਖਾਏ। ਮਨ ਖੁਟਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰ ਕਾ ਪੈਕਰ ਤੋ ਛੁਟੈ ਜੋ ਉੱਪਰ ਲਾਦਾ। ਇਹ ਮਨ ਨੂੰ ਗੁਰਮੁਖ ਸ਼ਬਦ ਦੁਆਰਾ ਸਮਝਦਾ ਹੈ, ਇਹਦੀ ਹਸਤੀ ਨੂੰ ਸਮਝਦਾ ਹੈ,
ਫਿਰ ਜਿਵੇਂ ਅਵੈੜ ਘੋੜੇ ਨੂੰ ਵਸ ਵਿੱਚ ਕਰਨਾ ਬੜਾ ਔਖਾ ਹੁੰਦਾ, ਇਸੇ ਤਰ੍ਹਾਂ ਇਸ ਮਨ ਨੂੰ ਵਸ ਵਿੱਚ ਕਰਨਾ ਬੜਾ ਔਖਾ ਹੈ। ਪਰ ਗੁਰਮੁਖ ਸ਼ਬਦ ਦੇ ਦੁਆਰਾ ਸ਼ਬਦ ਸੂਝੈ ਤਾਂ ਮਨ ਸਿਉ ਲੂਝੈ। ਮਨ ਨਾਲ ਫਿਰ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਬਚਨ ਨੇ, ਖਾਲਸਾ ਸੋ ਜੋ ਚੜ੍ਹੈ ਤਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਖਾਲਸੇ ਨੇ ਰੋਜ਼ ਜੰਗ ਕਰਨਾ ਹੈ। ਕਿਹਦੇ ਨਾਲ ਕਰਨਾ ਹੈ? ਮਨ ਦੇ ਨਾਲ। ਕਿਉਂਕਿ ਮਨ ਨੂੰ ਰੋਜ਼ ਸਾਧਨਾ ਪਵੇਗਾ ਤਾਂ ਗੱਲ ਬਣੇਗੀ। ਤੇ ਮਹਾਰਾਜ ਕਹਿੰਦੇ ਮਨ ਦੇ ਫੁਰਨਿਆਂ ਨੂੰ ਮਾਰ ਕੇ ਫਿਰ ਗੁਰਮੁਖ ਗੁਰੂ ਦੇ ਸ਼ਬਦ ਦੁਆਰਾ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ, ਜਿਸ ਨੂੰ ਮੇਰੇ ਚੌਧਰੀ ਪ੍ਰੀਤਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਭਿਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਪਾਤਸ਼ਾਹ ਕਹਿੰਦੇ ਫਿਰ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ, ਉਹਨੇ ਇਸ ਜੁਗਤ ਨੂੰ ਪਛਾਣਿਆ ਹੈ ਕਿ ਮਨ ਨੂੰ ਕਿਵੇਂ ਸਾਧਿਆ ਜਾਣਾ ਹੈ। ਤੇ ਮਨ ਜਦੋਂ ਸਾਧਿਆ ਗਿਆ ਤੇ ਫਿਰ ਗੁਰਮੁਖ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਇਹ ਰਹਾਉ ਦਾ ਬੰਦ ਹੈ। ਸ਼ਬਦ ਦਾ ਕੇਂਦਰੀ ਭਾਵ ਸਾਰਾ ਇਸੇ ਦੇ ਵਿੱਚ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਇਸ ਸਮੇਂ ਆਪਾਂ ਨੂੰ ਪਾਵਨ ਸ਼ਬਦ ਦੁਆਰਾ ਬਖਸ਼ਿਸ਼ ਕਰ ਰਹੇ ਹਨ, ਸੱਚੇ ਬਾਝੋ ਕੋ ਅਵਰ ਨਾ ਦੂਆ। ਸੱਚੇ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਪਰ ਸਾਨੂੰ ਤਾਂ ਉਹ ਵਾਹਿਗੁਰੂ ਨਾ ਦਿਖਾਈ ਦਿੰਦਾ ਹੈ, ਨਾ ਸੁਣਾਈ ਦਿੰਦਾ ਹੈ। ਇਹਦਾ ਕਾਰਨ ਕੀ? ਗੁਰਬਾਣੀ ਤਾਂ ਤ੍ਰੈ ਕਾਲ ਸੱਤ ਹੈ। ਗੁਰਬਾਣੀ ਕਹਿੰਦੀ ਹਰ ਸਮੇਂ ਪਰਮਾਤਮਾ ਤਾਂ ਘਟ ਘਟ ਮੈਂ ਅਰਜੂ ਵਸੈ, ਸੰਤਨ ਕਿਉ ਪੁਕਾਰ। ਪਰ ਸਾਨੂੰ ਨਾ ਉਹ ਵਾਹਿਗੁਰੂ ਦਿਖਾਈ ਨਹੀਂ ਦਿੰਦਾ, ਸਾਨੂੰ ਤਾਂ ਸੰਸਾਰ ਦਿਖਾਈ ਦਿੰਦਾ ਹੈ, ਪਦਾਰਥ ਦਿਖਾਈ ਦਿੰਦਾ ਹੈ, ਪਰਿਵਾਰ ਦਿਖਾਈ ਦਿੰਦਾ ਹੈ, ਕਾਰੋਬਾਰ ਦਿਖਾਈ ਦਿੰਦਾ ਹੈ। ਵਾਹਿਗੁਰੂ ਕਿਉਂ ਨਹੀਂ ਦਿਖਾਈ ਦੇ ਰਿਹਾ? ਤਾਂ ਗੁਰਬਾਣੀ ਵਿੱਚ ਇਹਦਾ ਕਾਰਨ ਵੀ ਦੱਸਿਆ ਮਹਾਰਾਜ ਜੀ ਨੇ ਕਿ ਜੀਵ ਮਾਇਆ ਦੇ ਪ੍ਰਭਾਵ ਹੇਠਾਂ ਆ ਗਿਆ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਵਾਹਿਗੁਰੂ ਦਾ ਨਾਦ ਵੱਜ ਰਿਹਾ ਹੈ, ਸਾਨੂੰ ਸੁਣਾਈ ਨਹੀਂ ਦੇ ਰਿਹਾ, ਕਿਉਂਕਿ ਅਸੀਂ ਮਾਇਆ ਧਾਰੀ ਹੋ ਗਏ ਹਾਂ। ਮਾਇਆ ਧਾਰੀ ਤੋਂ ਭਾਵ ਕੀ ਹੈ ਕਿ ਜੋ ਜੀਵ ਦਾ ਮਨ ਦੀ ਬਿਰਤੀ ਉਸ ਪਾਸੇ ਲੱਗ ਗਈ ਹੈ। ਹਰ ਸਮੇਂ ਸੰਸਾਰ ਨੂੰ ਚੇਤੇ ਕਰਨਾ, ਪਦਾਰਥ ਨੂੰ ਚੇਤੇ ਕਰਨਾ, ਪਰਿਵਾਰ ਨੂੰ ਚੇਤੇ ਕਰਨਾ, ਇਹ ਸਭ ਮਾਇਆ ਧਾਰੀ ਬਿਰਤੀ ਹੈ। ਇਸ ਬਿਰਤੀ ਨੂੰ ਜਦੋਂ ਤੱਕ ਆਪਾਂ ਤੋੜਦੇ ਨਹੀਂ, ਹਟਾਉਂਦੇ ਨਹੀਂ, ਉਦੋਂ ਤੱਕ ਨਾ ਸਾਨੂੰ ਰੱਬ ਸੁਣਾਈ ਦੇਵੇਗਾ, ਨਾ ਦਿਖਾਈ ਦੇਵੇਗਾ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਕੁਝ ਜਗਿਆਸੂਆਂ ਨੇ ਸਵਾਲ ਕੀਤਾ, ਜਿਵੇਂ ਅੱਜ ਵੀ ਆਪਾਂ ਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਸਵਾਲ ਕਰਦੇ ਹਾਂ। ਜਿਹੜੇ ਆਤਮਿਕ ਸੋਝੀ ਰੱਖਣ ਵਾਲੇ ਗੁਰਮੁਖ ਨੇ, ਜਦੋਂ ਕੋਈ ਉਲਝਣ ਪੈਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲ ਆ ਕੇ ਪ੍ਰਸ਼ਨ ਬੇਨਤੀ ਕਰਦੇ ਨੇ, ਮਹਾਰਾਜ ਕੋਲ ਆਪਣਾ ਸਵਾਲ ਰੱਖਦੇ ਨੇ। ਤੇ ਦੇਖੋ ਗੁਰਮੁਖੋ, ਤੁਸੀਂ ਕੋਈ ਵੀ ਸਵਾਲ ਰੱਖੋ, ਕੋਈ ਸਵਾਲ ਲੈ ਕੇ ਆਵੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਹਰ ਇੱਕ ਸਵਾਲ ਦਾ, ਹਰ ਇੱਕ ਪ੍ਰਸ਼ਨ ਦਾ ਜਵਾਬ ਦਿੰਦੇ ਨੇ। ਇਹ ਸਵਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਗੁਰਮੁਖਾਂ ਨੇ ਰੱਖਿਆ ਹੈ। ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਮਾਝ ਰਾਗ ਦੀ ਵਾਰ ਦੇ ਵਿੱਚ ਹੀ ਉਹ ਵਚਨ ਆਉਂਦੇ ਨੇ, ਦਿਸੈ ਸੁਣੀਐ ਜਾਣੀਐ ਸੁਆਉ ਨਾ ਪਾਇਆ ਜਾਏ। ਵਾਹਿਗੁਰੂ ਦਾ ਸਾਰਾ ਪਸਾਰਾ ਦਿਖਾਈ ਦੇ ਰਿਹਾ ਹੈ। ਸੁਣਦੇ ਵੀ ਆਪਾਂ ਰੋਜ਼ ਕਥਾ ਵਿਚਾਰ ਗੁਰਮੁਖਾਂ ਦੇ ਕੋਲੋਂ, ਪਰ ਸਾਨੂੰ ਉਹਦਾ ਸਵਾਦ ਨਹੀਂ ਆਉਂਦਾ। ਉਸ ਲੈਵਲ ਤੇ ਸਾਡੀ ਬਿਰਤੀ ਨਹੀਂ ਪਹੁੰਚੀ। ਜਿਵੇਂ ਹੁਣੇ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਹੋਇਆ ਹੈ,
ਗੁਰਮੁਖੋ ਸਾਡੀ ਬਿਰਤੀ ਨਹੀਂ ਅਜੇ ਉੱਥੇ ਪਹੁੰਚੀ ਉਸ ਲੈਵਲ ਤੇ ਜਿੱਥੇ ਉਹ ਬਾਣੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਜਦੋਂ ਆਪਾਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ, ਜਦੋਂ ਬਿਰਤੀ ਉੱਤੇ ਆਏਗੀ ਨਾ, ਤੇ ਫਿਰ ਸਾਨੂੰ ਗੁਰਬਾਣੀ ਸੁਣਨ ਦਾ ਰਸ ਕੁਝ ਹੋਰ ਹੋਵੇਗਾ। ਨਹੀਂ ਤਾਂ ਐਸਾ ਵੀ ਹੁੰਦਾ ਹੈ ਕਿ ਉੱਥੇ ਸਾਡੀ ਬਿਰਤੀ ਨਹੀਂ ਪਹੁੰਚੀ ਤੇ ਗੁਰਬਾਣੀ ਦਾ ਗੁਟਕਾ ਵੀ ਪਾਠ ਕਰਦਿਆਂ ਹੱਥੋਂ ਡਿੱਗ ਜਾਂਦਾ ਹੈ, ਨੀਂਦ ਆ ਜਾਂਦੀ, ਆਲਸ ਆ ਜਾਂਦੀ। ਉਹਦਾ ਕਾਰਨ ਸਾਡੀ ਮਨੋਬਿਰਤੀ ਉੱਥੇ ਤੱਕ ਨਹੀਂ ਪਹੁੰਚੀ। ਅਸੀਂ ਇਸ ਚੀਜ਼ ਨੂੰ ਜਾਣਿਆ ਨਹੀਂ, ਪਛਾਣਿਆ ਨਹੀਂ ਹੈ ਕਿ ਗੁਰਬਾਣੀ ਵਿੱਚੋਂ ਸਾਨੂੰ ਉਹ ਸਵਾਦ, ਉਹ ਰਸ ਕਿਉਂ ਨਹੀਂ ਆ ਰਿਹਾ ਜੋ ਮਹਾਰਾਜ ਜੀ ਨੇ ਬਿਆਨ ਕੀਤਾ ਹੈ ਗੁਰਬਾਣੀ ਦੇ ਵਿੱਚ ਕਿ ਜਦੋਂ ਇਹ ਨਾਮ ਬਾਣੀ ਦਾ ਰਸ ਆਉਂਦਾ ਹੈ ਨਾ, ਇਹ ਰਸ ਛਾੜੇ ਉਹ ਰਸ ਆਵਾ। ਇਹ ਦੁਨੀਆ ਦੇ ਰਸ ਫਿਰ ਚਲੇ ਜਾਂਦੇ ਨੇ। ਦੁਨੀਆ ਦੇ ਨਾਟਕ ਚੇਟਕ ਪਦਾਰਥਾਂ ਦਾ ਰਸ ਕੋਈ ਮਨ ਨੂੰ ਚੰਗਾ ਹੀ ਨਹੀਂ ਲੱਗਦਾ। ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਪਰ ਇਹ ਰਸ ਜੇ ਆਇਆ ਨਹੀਂ, ਇਸ ਕਰਕੇ ਸਾਨੂੰ ਆਲਸ ਵੀ ਆਉਂਦੀ, ਨੀਂਦਰਾ ਵੀ ਆਉਂਦੀ ਹੈ ਤੇ ਗੁਰਬਾਣੀ ਪੜ੍ਹਨ ਨੂੰ ਮਨ ਵੀ ਨਹੀਂ ਕਰਦਾ। ਕਈ ਵਾਰ ਆਪਾਂ ਨਿਤਨੇਮ ਨਹੀਂ ਵੀ ਕਰਦੇ ਕਿਉਂਕਿ ਬਿਰਤੀ ਉੱਥੇ ਨਹੀਂ ਪਹੁੰਚੀ। ਮਨ ਜਿਹੜਾ ਅਵੈੜਾ ਸੰਸਾਰ ਵੱਲ ਭੱਜਦਾ ਹੈ। ਤੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਇਹ ਸਵਾਲ ਰੱਖਿਆ ਗਿਆ। ਸੱਚੇ ਪਾਤਸ਼ਾਹ ਅਸੀਂ ਸੁਣਦੇ ਹਾਂ, ਵੇਖਦੇ ਵੀ ਹਾਂ ਪਰਮਾਤਮਾ ਦੇ ਕੌਤਕ, ਪਰ ਸਾਨੂੰ ਉਹ ਸਵਾਦ ਨਹੀਂ ਆ ਰਿਹਾ। ਦਿਸੈ ਸੁਣੀਐ ਜਾਣੀਐ ਸੁਆਓ ਨਾ ਪਾਇਆ ਜਾਏ, ਰੁੱਲਾ ਟੁੰਡਾ ਅੰਧਲਾ ਕਿਉਂ ਗਲ ਲੱਗੇ ਧਾਏ। ਜਿਵੇਂ ਮਨੁੱਖ ਦੇ ਇਹ ਸਰੀਰ ਦੇ 3 ਹਿੱਸੇ ਕੰਪਲੀਟ ਨਾ ਹੋਣ, ਇਹਦੇ ਪੈਰ ਨਾ ਹੋਣ, ਲੁੱਲਾ ਹੋਵੇ। ਜਿਹਦੇ ਦੋਵੇਂ ਪੈਰ ਨਾ ਹੋਣ ਉਹਨੂੰ ਕਹਿੰਦੇ ਲੁੱਲਾ ਹੈ। ਬਾਹਾਂ ਨਾ ਹੋਣ ਤੇ ਕਹਿੰਦੇ ਟੁੰਡਾ ਹੈ। ਅੱਖਾਂ ਦੇ ਵਿੱਚ ਜੋਤ ਨਾ ਹੋਵੇ ਤੇ ਆਪਾਂ ਕਹਿੰਦੇ ਅੰਨਾ ਹੈ। ਸਰੀਰ ਵਿੱਚ ਇਹ 3 ਔਗਣ ਹੋਣ, ਰੂਲਾ, ਟੁੰਡਾ, ਅੰਧਲਾ, ਉਹ ਕਦੇ ਵੀ ਆਪਣੇ ਕਿਸੇ ਮਿੱਤਰ ਪਿਆਰੇ ਦੀ ਗਲਵੱਕੜੀ ਦਾ ਰਸ ਨਹੀਂ ਲੈ ਸਕਦਾ। ਕਿਵੇਂ ਕੋਈ ਮਿੱਤਰ ਪਿਆਰਾ ਸਾਹਮਣੇ ਆ ਰਿਹਾ, ਦੌੜ ਕੇ ਜਾ ਨਹੀਂ ਸਕਦਾ, ਬਾਹਾਂ ਉਲਾਰ ਕੇ ਉਹਨੂੰ ਗਲਵੱਕੜੀ ਵਿੱਚ ਨਹੀਂ ਲੈ ਸਕਦਾ। ਉਹਨੂੰ ਦੇਖਣ ਦਾ ਵੀ ਇੱਕ ਆਪਣਾ ਰਸ ਹੈ, ਦੇਖ ਨਹੀਂ ਸਕਦਾ। ਰੂਲਾ ਟੁੰਡਾ ਅੰਧਲਾ ਕਿਉਂ ਗਲ ਲੱਗੇ ਧਾਏ। ਵਾਹਿਗੁਰੂ ਮਿੱਤਰ ਪਿਆਰਾ ਤਾਂ ਸਾਡਾ ਸਾਰੇ ਪਾਸੇ ਹੈ। ਸਾਡੇ ਕੋਲ ਉਹ ਅੱਖਾਂ ਨਹੀਂ ਕਿ ਉਹ ਵਾਹਿਗੁਰੂ ਸਾਨੂੰ ਦਿਖਾਈ ਦੇਵੇ। ਸਾਡੇ ਕੋਲ ਉਹ ਪੈਰ ਨਹੀਂ ਕਿ ਚੱਲ ਕੇ ਉਹਦੇ ਤੱਕ ਜਾ ਸਕੀਏ। ਸਾਡੇ ਕੋਲ ਉਹ ਬਾਹਾਂ ਨਹੀਂ ਕਿ ਉਹਦੀ ਗਲਵੱਕੜੀ ਦਾ ਆਨੰਦ ਮਾਣ ਸਕੀਏ। ਇਹ 3 ਔਗਣ ਸਾਡੇ ਵਿੱਚ ਆਤਮਕ ਤੌਰ ਤੇ ਨੇ। ਬਾਹਰੋਂ ਸਰੀਰ ਕੰਪਲੀਟ ਦਿਖਾਈ ਦੇ ਰਿਹਾ ਹੈ, ਪਰ ਗੁਰਮੁਖੋ ਅੰਦਰ ਦਾ ਜਿਹੜਾ ਸਰੀਰ ਜਿਸ ਦੁਆਰਾ ਆਤਮਕ ਬੋਡੀ ਹੈ ਉਹ ਸਾਡੀ ਜਿਹੜੀ ਹੈ ਅਧੂਰੀ ਹੈ। ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਇਹਦਾ ਕੀ ਜਵਾਬ ਦਿੰਦੇ ਨੇ। ਕਿਹੜਾ ਉਹ ਸਰੀਰ ਚਾਹੀਦਾ ਹੈ ਕਿ ਜਿਸ ਨਾਲ ਅਸੀਂ ਰੱਬ ਨੂੰ ਮਿਲ ਸਕਦੇ ਹਾਂ, ਉਹ ਰਸ ਲੈ ਸਕਦੇ ਹਾਂ, ਸਾਨੂੰ ਸਾਰੇ ਪਾਸੇ ਸੱਚਾ ਵਾਹਿਗੁਰੂ ਦਿਖਾਈ ਦੇਣ ਲੱਗ ਪਵੇ। ਜਿਸ ਬਾਰੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿ ਰਹੇ ਨੇ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਉਂ ਪੁਕਾਰ। ਜਿਨ੍ਹਾਂ ਸੰਤਾਂ ਨੇ ਰੱਬ ਦੇ ਪਿਆਰਿਆਂ ਵੇਖਿਆ, ਉਹਨਾਂ ਨੇ ਕਹਿਤਾ ਵੀ ਰੱਬ ਤਾਂ ਸਾਹਮਣੇ ਵਰਤ ਰਿਹਾ ਹੈ। ਮਹਾਰਾਜ ਅੱਗੇ ਇਹਦਾ ਉੱਤਰ ਦਿੰਦੇ ਨੇ, ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀਏ ਓ ਕੰਤ ਮਿਲਾਵਾ ਹੋਏ। ਰੱਬ ਨੂੰ ਮਿਲਣਾ ਹੈ ਤੇ ਸਭ ਤੋਂ ਵੱਡੀ ਗੱਲ ਗੁਰੂ ਦੇ ਭੈ ਵਿੱਚ ਆ ਜਾਈਏ, ਰੱਬ ਦੇ ਭੈ ਵਿੱਚ ਆ ਜਾਈਏ। ਅੱਜ ਬੰਦੇ ਦੇ ਅੰਦਰ ਰੱਬ ਦਾ ਭੈ ਨਹੀਂ ਰਿਹਾ, ਗੁਰੂ ਦਾ ਭੈ ਨਹੀਂ ਰਿਹਾ। ਇਹ ਝੂਠ ਵੀ ਬੋਲੀ ਜਾਂਦਾ ਹੈ, ਲੋਕਾਂ ਦੇ ਹੱਕ ਵੀ ਮਾਰੀ ਜਾਂਦਾ। ਕਿਸੇ ਤਰ੍ਹਾਂ ਦਾ ਕੋਈ ਡਰ ਰਹਿ ਹੀ ਨਹੀਂ ਗਿਆ ਕਿ ਮੈਂ ਇਹ ਜਿਹੜੇ ਪਾਪ ਕਰ ਰਿਹਾ ਹਾਂ ਇਹਨਾਂ ਦਾ ਮੈਨੂੰ ਲੇਖਾ ਦੇਣਾ ਪਵੇਗਾ, ਇਹਦੇ ਨਾਲ ਮੇਰਾ ਜੀਵਨ ਬਰਬਾਦ ਹੋਵੇਗਾ। ਇੱਥੇ ਹੀ ਨਹੀਂ, ਅੱਗੇ ਵੀ ਭਾਰੀ ਦੁੱਖ ਮਿਲੇਗਾ। ਜੀਵ ਨੂੰ ਡਰ ਨਹੀਂ ਰਹਿ ਗਿਆ, ਭੈ ਨਹੀਂ ਰਹਿ ਗਿਆ। ਭੈ ਦੇ ਵਿੱਚ ਆ ਮਹਾਰਾਜ ਕਹਿੰਦੇ
ਜਦੋਂ ਤੱਕ ਤੂੰ ਭੈ ਵਿੱਚ ਨਹੀਂ ਆਉਂਦਾ ਉਦੋਂ ਤੱਕ ਗੱਲ ਨਹੀਂ ਬਣੇਗੀ। ਭੈ ਕੇ ਚਰਨ, ਕਿਹੜੇ ਚਰਨ, ਕਿਹੜੀਆਂ ਲੱਤਾਂ ਚਾਹੀਦੀਆਂ ਨੇ ਭੈ ਵਿੱਚ ਚੱਲਣਾ। ਭੈ ਕੇ ਚਰਨ ਕਰ ਭਾਵ ਕੇ, ਕਰ ਨਾਮ ਹੈ ਹੱਥਾਂ ਦਾ, ਬਾਹਾਂ ਦਾ। ਬਾਹਾਂ ਕਿਹੜੀਆਂ ਚਾਹੀਦੀਆਂ ਨੇ? ਪ੍ਰੇਮ। ਬਾਣੀ ਪੜਨ ਲੱਗਾ ਤੇ ਗੁਰੂ ਦੇ ਭੈ ਵਿੱਚ ਬੈਠੀ ਮੈਂ ਗੁਟਕਾ ਪਕੜਿਆ। ਆਪਾਂ ਦੇਖਦੇ ਹਾਂ ਕਈ ਨਾ ਵੀਰ ਗੁਰਬਾਣੀ ਦਾ ਗੁਟਕਾ ਹੱਥ ਵਿੱਚ ਪੜਿਆ ਤੇ ਮੂੰਹ ਨੂੰ ਹੱਥ ਵੀ ਲਾਈ ਜਾਂਦੇ ਨੇ, ਮੁੱਛਾਂ ਤੇ ਵੀ ਹੱਥ ਬੇੜੀ ਜਾਂਦੇ ਨੇ। ਉਹੀ ਜੂਠੇ ਹੱਥ ਫਿਰ ਆਪਾਂ ਪੋਥੀ ਨੂੰ ਮਿਲਾਈ ਜਾਂਦੇ ਹਾਂ। ਉਹਨਾਂ ਹੱਥਾਂ ਨਾਲ ਆਪਾਂ ਮੋਬਾਈਲ ਵੀ ਸੁਣੀ ਜਾਂਦੇ ਹਾਂ, ਤੇ ਉਹਨਾਂ ਹੱਥਾਂ ਨਾਲ ਆਪਾਂ ਗੁਟਕਾ ਵੀ ਪਕੜੀ ਜਾਂਦੇ ਹਾਂ, ਸਾਰੇ ਕੰਮ ਕਰੀ ਜਾਂਦੇ ਹਾਂ। ਮਹਾਰਾਜ ਕਹਿੰਦੇ ਉਹਦੇ ਭੈ ਵਿੱਚ ਆ ਤੇ ਪ੍ਰੇਮ ਨਾਲ ਬਾਣੀ ਪੜ੍ਹ। ਜਿੰਨੀ ਵੀ ਬਾਣੀ ਪੜ੍ਹਨੀ ਹੈ ਉਹ ਪ੍ਰੇਮ ਨਾਲ ਪੜ੍ਹ। ਇਹ ਨਹੀਂ ਵੀ ਆਪਾਂ ਜ਼ਿਆਦਾ ਨਿਤਨੇਮ ਕਰਨਾ ਹੈ, ਨਿਤਨੇਮ ਜਿੰਨਾ ਵੀ ਕਰਨਾ ਉਹਨੂੰ ਪ੍ਰੇਮ ਨਾਲ ਪੜ੍ਹੋ। ਦੂਸਰਾ ਇਹ ਹੈ ਬਾਹਾਂ ਕਿਹੜੀ ਜਿਹਨੇ ਪ੍ਰੇਮ ਨਾਲ। ਭੈ ਕੇ ਚਰਨ ਕਰ ਭਾਵ ਕੇ ਲੋਏ ਨ ਸੁਰਤ ਕਰੇ। ਸੁਰਤ ਦੀਆਂ ਅੱਖਾਂ ਬਣਾ। ਸੁਰਤ ਮੈਨੇ ਧਿਆਨ, ਆਪਣਾ ਧਿਆਨ ਗੁਰਬਾਣੀ ਵਿੱਚ ਜੋੜ। ਇਹਨੂੰ ਆਪਾਂ ਫਰਮੈਲਿਟੀ ਨਹੀਂ ਕਰਨੀ ਵੀ ਆਪਾਂ ਬਾਣੀ ਪੜ੍ਹਨੀ ਹੈ। ਜਿੰਨਾ ਵੀ ਭਾਵੇਂ ਥੋੜ੍ਹਾ ਪਾਠ ਕਰ ਲਓ ਉਹਨੂੰ ਧਿਆਨ ਨਾਲ ਸਮਝੋ ਮਹਾਰਾਜ ਕਹਿ ਕੀ ਰਹੇ ਨੇ। ਬਸ ਆਪਾਂ ਇੰਨਾ ਕੰਮ ਕਰਨਾ ਹੈ। ਜਿਵੇਂ ਸਿਆਣੇ ਪੁਰਸ਼ ਕਹਿੰਦੇ ਨੇ ਤੁਸੀਂ ਰੋਟੀ ਦੀ ਬੁਰਕੀ ਮੂੰਹ ਵਿੱਚ ਪਾਓ, ਰੋਟੀ ਅੰਦਰ ਚਲੀ ਗਈ। ਅੰਦਰਲਾ ਸਿਸਟਮ ਰੱਬ ਨੇ ਚਲਾਉਣਾ, ਕਿਵੇਂ ਉਹਦਾ ਖੂਨ ਬਣਨਾ ਹੈ ਉਹ ਅੱਗੇ ਉਸ ਵਾਹਿਗੁਰੂ ਤੇ ਹੈ। ਆਪਣਾ ਜਿੰਨਾ ਕੰਮ ਸੀ ਰੋਟੀ ਨੂੰ ਚਬਾ ਚਬਾ ਕੇ ਖਾਓ, ਕਿ ਉਹ ਜਿਹੜਾ ਆਪਣਾ ਸਰੀਰ ਦਾ ਨਿਯਮ ਹੈ। ਜੇ ਆਪਾਂ ਗਲਤ ਤਰੀਕੇ ਨਾਲ ਭੋਜਨ ਖਾਵਾਂਗੇ ਸਰੀਰ ਨੂੰ ਰੋਗੀ ਕਰ ਦੇਵੇਗਾ। ਗਲਤ ਤਰੀਕੇ ਨਾਲ ਕੀਤਾ ਹੋਇਆ ਭਜਨ ਵੀ ਮਨੁੱਖ ਦਾ ਮਨ ਰੋਗੀ ਰਹਿੰਦਾ ਹੈ, ਠੀਕ ਨਹੀਂ ਹੁੰਦਾ। ਭਾਵੇਂ ਕਈ ਸਾਲ ਹੋ ਗਏ ਬਾਣੀ ਪੜ੍ਹਦੇ ਹਾਂ, ਝੂਠ ਵੀ ਬੋਲੀ ਜਾਂਦਾ ਹੈ, ਨਿੰਦਿਆ ਵੀ ਕਰੀ ਜਾਂਦਾ, ਮਾੜੇ ਕਰਮ ਵੀ ਕਰੀ ਜਾਂਦਾ ਹੈ। ਕਾਰਨ ਜੋ ਭਜਨ ਕੀਤਾ ਉਹ ਖੁਰਾਕ ਨਹੀਂ ਬਣੀ। ਖੁਰਾਕ ਨਹੀਂ ਬਣੀ ਤੇ ਉਹ ਅੰਦਰ ਬਲ ਨਹੀਂ ਆਇਆ, ਉਹ ਸ਼ਕਤੀ ਨਹੀਂ ਆਈ ਜਿਹੜੀ ਆਉਣੀ ਚਾਹੀਦੀ ਸੀ। ਭੈ ਕੇ ਚਰਨ ਕਰ ਭਾਵ ਕੇ ਲੋਏ ਨੂੰ ਸੁਰਤ ਕਰੇ। ਨਾਨਕ ਕਹਿ ਸਿਆਣਿਓ ਕੰਤ ਮਿਲਾਵਾ ਹੋਏ। ਸੱਚੇ ਬਾਝੋਂ ਕੋ ਅਵਰ ਨਾ ਦੂਆ। ਸੱਚੇ ਵਾਹਿਗੁਰੂ ਤੋਂ ਬਿਨਾਂ ਕੋਈ ਹੈ ਹੀ ਨਹੀਂ, ਪਰ ਸਾਨੂੰ ਤਾਂ ਉਹ ਦਿਖਾਈ ਨਹੀਂ ਦਿੰਦਾ। ਸਾਨੂੰ ਤਾਂ ਦਿਖਾਈ ਦੂਜਾ ਦਿੰਦਾ, ਭਾਵ ਸੰਸਾਰ ਦਿਖਾਈ ਦਿੰਦਾ ਹੈ, ਪਦਾਰਥ ਦਿੰਦਾ ਹੈ, ਮਾਇਆ ਦਿਖਾਈ ਦਿੰਦੀ ਹੈ। ਕਾਰਨ ਅਸੀਂ ਅੰਦਰੋਂ ਅੰਨੇ ਬੋਲੇ ਹੋ ਚੁੱਕੇ ਹਾਂ। ਸਾਡਾ ਆਤਮਿਕ ਜੀਵਨ ਜਿਹੜਾ ਹੈ ਅੰਦਰਲਾ ਉਹ ਬਿਲਕੁਲ ਵਿਗੜ ਚੁੱਕਾ ਹੈ, ਖਰਾਬ ਹੋ ਚੁੱਕਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਤਾਂ ਹਰ ਇੱਕ ਥਾਂ ਤੇ ਹੈ, ਹਰ ਸਮੇਂ ਦੇ ਵਿੱਚ ਹੈ, ਉਹਦੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਪਰ ਜੀਵ ਅਗਿਆਨਤਾ ਦੇ ਵਸ ਹੋ ਕਰਕੇ ਇਹ ਖੁਆਰ ਹੋ ਰਿਹਾ ਹੈ, ਠੋਕਰਾਂ ਖਾ ਰਿਹਾ ਹੈ। ਸੱਚੇ ਬਾਝੋਂ ਕੋ ਅਵਰ ਨ ਦੂਆ। ਸੱਚੇ ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਆਪ ਜੀ ਨੇ ਸਰਵਣ ਕੀਤਾ ਹੋਵੇਗਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਨ੍ਹਾਂ ਦੇ ਪਾਵਨ ਸਥਾਨ ਤੇ ਆਪਾਂ ਬੈਠੇ ਉਹਨਾਂ ਦੀ ਬਖਸ਼ਿਸ਼ ਦਾ ਆਨੰਦ ਮਾਣ ਰਹੇ ਹਾਂ। ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਗਏ ਤੇ ਉੱਥੋਂ ਦੇ ਪੀਰ ਨੇ ਜਿਹੜਾ ਹੈ ਉਹ ਸਵਾਲ ਕੀਤੇ ਸਨ ਕਿ ਵਾਹਿਗੁਰੂ ਪਰਮਾਤਮਾ ਕਿੱਥੇ ਰਹਿੰਦਾ ਹੈ। ਤੋ ਸਾਰੇ ਤਾਂ ਕਹਿ ਰਹੇ ਨੇ ਪਰਮਾਤਮਾ ਤਾਂ ਘੜ ਘੜ ਦੇ ਵਿੱਚ ਵਸਦਾ ਹੈ, ਪਰ ਉਹ ਦਿਖਾਈ ਤਾਂ ਦੇ ਨਹੀਂ ਰਿਹਾ। ਵਾਹਿਗੁਰੂ ਪਰਮਾਤਮਾ ਕਿੱਥੇ ਰਹਿੰਦਾ ਹੈ, ਪਹਿਲਾ ਸਵਾਲ ਇਹ ਸੀ। ਦੂਸਰਾ ਸਵਾਲ ਸੀ ਵਾਹਿਗੁਰੂ ਪਰਮਾਤਮਾ ਕਰਦਾ ਕੀ ਹੈ। ਇਹ ਸਵਾਲ ਤੇ ਸਾਧ ਸੰਗਤ ਇਸੇ ਤਰ੍ਹਾਂ ਤੀਸਰਾ ਸਵਾਲ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਕਿ ਉਹ ਵਾਹਿਗੁਰੂ ਨਿਰੰਕਾਰ ਜੋ ਖੁਦਾ ਹੈ, ਅੱਲਾਹ ਤਾਲਾ ਹੈ, ਉਹ ਪਰਮਾਤਮਾ ਸਾਨੂੰ
ਦਿਖਾਈ ਕਿਉਂ ਨਹੀਂ ਦਿੰਦਾ। ਤੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੁੱਧ ਦਾ ਕਟੋਰਾ ਮੰਗਾਉਂਦੇ ਨੇ। ਜਦੋਂ ਦੁੱਧ ਮੰਗਾਇਆ ਤੇ ਉਹਨਾਂ ਨੇ ਸੋਚਿਆ ਕਿ ਸ਼ਾਇਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹਨਾਂ ਨੂੰ ਭੁੱਖ ਲੱਗੀ ਹੋਏਗੀ, ਦੂਰੋਂ ਚੱਲ ਕੇ ਆਏ ਨੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੁੱਧ ਦਾ ਕਟੋਰਾ ਪਕੜਿਆ, ਇਹਦੇ ਵਿੱਚ ਕੁਝ ਹੈ। ਉਹ ਕਹਿੰਦੇ ਤੁਸੀਂ ਪੀ ਕਿਉਂ ਨਹੀਂ ਰਹੇ? ਮਹਾਰਾਜ ਕਹਿੰਦੇ ਇਹਦੇ ਵਿੱਚ ਕੁਝ ਹੈ। ਤਾਂ ਪੀਰ ਆਪਣੇ ਚੇਲਿਆਂ ਨੂੰ ਪੁੱਛਦਾ ਇਹਦੇ ਵਿੱਚ ਕੀ ਪਾ ਕੇ ਲਿਆਂਦਾ ਹੈ? ਕਹਿੰਦੇ ਕੁਝ ਨਹੀਂ, ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕੀਤੀ, ਸ਼ੁੱਧ ਦੁੱਧ ਹੈ। ਤਾਂ ਉਸ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਕਹਿੰਦੇ ਨੇ ਇਸ ਦੁੱਧ ਵਿੱਚ ਹੈ। ਉਹ ਕਹਿੰਦੇ ਸਾਨੂੰ ਨਹੀਂ ਪਤਾ ਲੱਗ ਰਿਹਾ, ਤੁਸੀਂ ਦੱਸੋ। ਮਹਾਰਾਜ ਕਹਿੰਦੇ ਇਸ ਦੁੱਧ ਦੇ ਵਿੱਚ ਘਿਓ ਛੁਪਿਆ ਹੋਇਆ ਹੈ। ਸਵਾਲ ਸੀ ਨਾ, ਪਰਮਾਤਮਾ ਦਿਖਾਈ ਕਿਉਂ ਨਹੀਂ ਦਿੰਦਾ? ਜਦੋਂ ਸਾਰੇ ਪਾਸੇ ਹੈ ਫਿਰ ਦਿਖਾਈ ਕਿਉਂ ਨਹੀਂ ਦੇ ਰਿਹਾ? ਉਹ ਵਾਹਿਗੁਰੂ ਖੁਦਾ ਰਹਿੰਦਾ ਕਿੱਥੇ ਹੈ? ਮਹਾਰਾਜ ਕਹਿੰਦੇ ਰਹਿੰਦਾ ਸਾਰੇ ਸੰਸਾਰ ਵਿੱਚ, ਕਣ ਕਣ ਦੇ ਵਿੱਚ ਹੈ, ਸਾਰੇ ਪਾਸੇ ਉਹ ਆਪ ਹੀ ਹੈ, ਫਿਰ ਦਿਖਾਈ ਕਿਉਂ ਨਹੀਂ ਦੇ ਰਿਹਾ? ਮਹਾਰਾਜ ਕਹਿੰਦੇ ਜਿਵੇਂ ਇਸ ਦੁੱਧ ਦੇ ਵਿੱਚ ਘਿਓ ਛੁਪਿਆ ਹੋਇਆ, ਮੱਖਣ ਛੁਪਿਆ ਹੋਇਆ, ਪਰ ਉਹ ਦਿਖਾਈ ਨਹੀਂ ਦੇ ਰਿਹਾ। ਉਹਨੂੰ ਪ੍ਰਾਪਤ ਕਰਨ ਦੀ ਵਿਧੀ ਹੈ, ਮਰਿਆਦਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੈ ਕੋ ਜਾਵੋ, ਦੂਧ ਕਰਮ ਪੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਓ। ਦੁੱਧ ਨੂੰ ਰਿੜਕ ਕੇ ਉਹਦੀ ਮਰਿਆਦਾ, ਉਹਨੂੰ ਕਿਵੇਂ ਗਰਮ ਕਰਨਾ ਹੈ, ਜਾਗ ਲਾਣੀ ਹੈ ਤੇ ਸਾਧ ਸੰਗਤ ਫਿਰ ਉਹਨੂੰ ਰਿੜਕਣਾ ਹੈ। ਉਹਦੇ ਵਿੱਚੋਂ ਫਿਰ ਮੱਖਣ ਬਣੇਗਾ, ਮੱਖਣ ਦਾ ਫਿਰ ਘਿਓ ਬਣੇਗਾ, ਪਰ ਉਹ ਦਿਖਾਈ ਨਹੀਂ ਦੇ ਰਿਹਾ। ਉਹਨੂੰ ਪ੍ਰਗਟ ਕਰਨ ਦੀ ਮਰਿਆਦਾ। ਇਸੇ ਤਰ੍ਹਾਂ ਵਾਹਿਗੁਰੂ ਤਾਂ ਸਾਰਿਆਂ ਵਿੱਚ ਹੀ ਹੈ, ਆਪਣੇ ਅੰਦਰ ਵੀ ਹੈ, ਪਰ ਉਹਨੂੰ ਪ੍ਰਗਟ ਕਰਨ ਦੀ ਮਰਿਆਦਾ ਹੈ। ਗੁਰੂ ਦੀ ਮੱਤ ਲੈ ਕੇ ਚੱਲਣਾ ਪਵੇ। ਮਹਾਰਾਜ ਕਹਿੰਦੇ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮ ਮਲੀਨ ਧੋਤਾ ਅੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਅੱਛਾ ਹੋਏ ਸੀ। ਗੁਰੂ ਦੁਆਰੇ ਆਪਾਂ ਆਉਣਾ ਸੋਝੀ ਲੈਣ ਵਾਸਤੇ। ਪਰ ਦਾਸ ਅਕਸਰ ਬੇਨਤੀ ਕਰਦਾ ਹੁੰਦਾ ਹੈ ਕਿ ਅਸੀਂ ਗੁਰਬਾਣੀ ਨੂੰ 3 ਕੰਮਾਂ ਵਾਸਤੇ ਵਰਤਦੇ ਹਾਂ, ਸੋਝੀ ਲੈਣ ਵਾਸਤੇ ਨਹੀਂ। ਗੁਰਬਾਣੀ ਨੂੰ ਆਪਾਂ 3 ਕਾਰਜਾਂ ਵਿੱਚ ਵਰਤਦੇ ਹਾਂ, ਸੋਝੀ ਲੈਣ ਵਾਲੇ ਬਹੁਤ ਘੱਟ ਨੇ। ਪਹਿਲਾ, ਸਾਡੇ ਘਰ ਕਿਸੇ ਬੱਚੇ ਦਾ ਜਨਮ ਹੈ, ਬੱਚੇ ਦਾ ਵਿਆਹ ਹੈ, ਜਾਂ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ, ਜਾਂ ਕੋਠੀ ਬਣਾਈ, ਉਹਦਾ ਉਦਘਾਟਨ ਕਰਨਾ ਹੈ। ਇਹਦੇ ਵਾਸਤੇ ਆਪਾਂ ਬਾਣੀ ਪੜ੍ਹ ਲਈ ਤੇ ਪੜ੍ਹਾ ਲਈ। ਦੂਸਰਾ ਕਿ ਆਪਾਂ ਸਾਡੇ ਸਰੀਰ ਨੂੰ ਕੋਈ ਰੋਗ ਲੱਗ ਗਿਆ, ਕੋਈ ਦੁੱਖ ਲੱਗ ਗਿਆ, ਕੋਈ ਕਾਰਜ ਅਟਕ ਗਿਆ ਹੈ, ਇਹਨਾਂ ਕਾਰਜਾਂ ਵਾਸਤੇ ਜਾਂ ਸਾਡੀਆਂ ਜਿਹੜੀਆਂ ਮੰਗਾਂ ਖੈਸ਼ਾਂ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ। ਇਸ ਤੋਂ ਅੱਗੇ ਨਹੀਂ ਆਪਾਂ ਗਏ। ਬਸ ਇੰਨੀਆਂ ਚੀਜ਼ਾਂ ਤੱਕ ਹੈ ਵੀ ਕੋਈ ਬੱਚੇ ਦਾ ਜਨਮ ਦਿਨ ਹੈ, ਕੋਈ ਕੋਠੀ ਦਾ ਉਦਘਾਟਨ ਕਰਨਾ ਹੈ, ਜਾਂ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ, ਕੋਈ ਪੁਰਾਣੀ ਚੜ੍ਹਾਈ ਕਰ ਗਿਆ, ਉਹਦਾ ਭੋਗ ਪਾਉਣਾ ਹੈ। ਜਦ ਕਿ ਇੱਥੇ ਆਉਣਾ ਸੀ ਸੋਝੀ ਲੈਣ ਵਾਸਤੇ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਤਾਂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਪਰਮਾਤਮਾ ਤਾਂ ਸਾਰੇ ਪਾਸੇ ਹੈ, ਪਰ ਉਹਨੂੰ ਪ੍ਰਗਟ ਕਰਨ ਦੀ ਮਰਿਆਦਾ ਹੈ। ਉਹ ਹੈ ਗੁਰੂ ਦੀ ਮੱਤ ਲੈ ਕੇ ਚੱਲਣਾ ਪਵੇਗਾ। ਹੈ ਤਾਂ ਉਹੀ, ਪਰ ਸਾਨੂੰ ਦਿਖਾਈ ਨਹੀਂ ਦੇ ਰਿਹਾ। ਉਹਦੇ ਬਿਨਾਂ ਮਹਾਰਾਜ ਕਹਿੰਦੇ ਕੋਈ ਹੈ ਨਹੀਂ। ਤੇ ਆਮ ਮਨੁੱਖ ਸਵਾਲ ਕਰ ਦੇਗਾ, ਸਾਨੂੰ ਤਾਂ ਪਰਮਾਤਮਾ ਦਿਖਾਈ ਨਹੀਂ ਦਿੰਦਾ, ਸੁਣਾਈ ਨਹੀਂ ਦਿੰਦਾ। ਜਿਵੇਂ ਗੁਰਮੁਖੋ ਕਿਸੇ ਬੰਦੇ ਨੂੰ ਤਾਪ ਚੜਿਆ ਹੋਵੇ ਨਾ, ਬਿਮਾਰ ਹੋਵੇ ਬੰਦਾ, ਉਹਦੇ ਅੱਗੇ ਤੁਸੀਂ 36 ਪ੍ਰਕਾਰ ਦੇ ਪਦਾਰਥ ਰੱਖੋ, ਉਹਨੂੰ ਸਵਾਦ ਨਹੀਂ ਦੇਣਗੇ, ਉਹਨੂੰ ਕੋਈ ਰਸ ਨਹੀਂ ਆਵੇਗਾ, ਕਿਉਂਕਿ ਤਾਪ ਚੜਿਆ, ਬਿਮਾਰ ਹੈ। ਇਸੇ ਤਰ੍ਹਾਂ ਸਾਡੇ ਅੱਗੇ ਗੁਰਬਾਣੀ ਦੀ ਕਿੰਨੀ ਸੋਹਣੀ ਕਥਾ ਹੋਵੇ, ਕੀਰਤਨ ਹੋਵੇ, ਗੁਰਬਾਣੀ ਦਾ ਪਾਠ ਹੋਵੇ, ਸਾਨੂੰ ਉਹ ਰਸ ਨਹੀਂ ਆਵੇਗਾ ਪਰਮਾਤਮਾ ਦੇ ਨਾਮ ਦਾ, ਕਿਉਂਕਿ ਅਸੀਂ ਰੋਗੀ ਹੋਏ ਹਾਂ। ਸਾਨੂੰ ਵਿਕਾਰਾਂ ਦਾ ਤਾਪ ਚੜ੍ਹਿਆ ਹੋਇਆ, ਹਉਮੈ ਦਾ ਤਾਪ ਚੜ੍ਹਿਆ ਹੋਇਆ, ਰੋਗ ਲੱਗੇ ਹੋਏ ਨੇ। ਇਸ ਕਰਕੇ ਸਾਨੂੰ ਉਹ ਰਸ ਨਹੀਂ ਆ ਰਿਹਾ ਗੁਰਬਾਣੀ ਦੇ ਵਿੱਚੋਂ, ਸਾਨੂੰ ਉਹ ਪਰਮਾਤਮਾ ਦਿਖਾਈ ਨਹੀਂ ਦੇ ਰਿਹਾ। ਜਦ ਕਿ ਮਹਾਰਾਜ ਨੇ ਬਾਣੀ ਵਿੱਚ ਮੋਹਰ ਲਾ ਦਿੱਤੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ।
ਬਾਣੀ ਹੀ ਨਿਰੰਕਾਰ ਹੈ ਕਿ ਸਾਨੂੰ ਬਾਣੀ ਵਿੱਚੋਂ ਨਿਰੰਕਾਰ ਦਿਖਾਈ ਦੇ ਰਿਹਾ ਹੈ। ਸਾਨੂੰ ਤਾਂ ਗੁਰਬਾਣੀ ਵਿੱਚ ਇਹੀ ਹੈ ਵੀ ਸਾਡਾ ਕਾਰੋਬਾਰ ਠੀਕ ਹੋਵੇ, ਸਰੀਰ ਠੀਕ ਰਹੇ, ਕਾਇਆ ਠੀਕ ਰਹੇ, ਬੱਚੇ ਪੜ੍ਹ ਲਿਖ ਕੇ ਕਾਮਯਾਬ ਹੋ ਜਾਣ। ਇਦੋਂ ਅੱਗੇ ਤੇ ਸਾਡੀ ਕੋਈ ਤੀਜੀ ਗੱਲ ਹੈ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰਬਾਣੀ ਨੂੰ ਪੜ੍ਹੋ, ਵਿਚਾਰੋ। ਜਪਜੀ ਸਾਹਿਬ ਦੇ ਆਰੰਭ ਵਿੱਚ ਮਹਾਰਾਜ ਜੀ ਨੇ ਬਚਨ ਕਰ ਦਿੱਤੇ, ਸੁਣਿਆ। ਪਹਿਲਾਂ ਸੁਣਨਾ ਕਰੋ, ਗੁਰੂ ਕਹਿ ਕੀ ਰਿਹਾ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਤੁਹਾਡੇ ਅੰਦਰ ਹੀ ਉਹ ਨਾਮ ਦਾ ਤੀਰਥ ਪ੍ਰਗਟ ਹੋ ਜਾਵੇਗਾ, ਜਿੱਥੇ ਮਨ ਆਤਮਾ ਮਲ ਕੇ ਨਹਾਵੇਗੀ, ਜਨਮਾਂ ਜਨਮਾਂ ਦੀ ਮੈਲ ਲੈ ਜਾਵੇਗੀ। ਪਰ ਉਹਦੇ ਵਾਸਤੇ ਸੁਣੋ, ਧਿਆਨ ਦੇ ਨਾਲ ਸੁਣੋ। ਸੁਣਿਆ, ਮੰਨਿਆ, ਉਹਨੂੰ ਸਤ ਕਰਕੇ ਮੰਨਣਾ ਹੈ। ਜੋ ਮੇਰੇ ਸਤਿਗੁਰੂ ਜੀ ਕਹਿ ਰਹੇ ਨੇ, ਮਹਾਰਾਜ ਕਹਿੰਦੇ ਉਹਨੂੰ ਮੰਨ ਲਓ, ਉਹਦਾ ਫਿਰ ਨਿਧਿਆਸਨ ਕਰਨਾ, ਅਭਿਆਸ ਕਰਨਾ। ਸੁਣਿਆ, ਮੰਨਿਆ, ਮਨ ਕੀਤਾ ਭਾਓ। ਫਿਰ ਪ੍ਰੇਮ ਨਾਲ ਭਾਓ ਕਰਨਾ, ਬਾਣੀ ਨਾਲ ਪ੍ਰੇਮ ਨਾਲ ਗੁਰਬਾਣੀ ਨੂੰ ਪੜ੍ਹਨਾ ਹੈ, ਵਿਚਾਰਨਾ ਹੈ। ਤੇ ਫਿਰ ਸਾਨੂੰ ਪ੍ਰਾਪਤੀ ਹੋਵੇਗੀ। ਕੁਝ ਉਸ ਵਾਹਿਗੁਰੂ ਤੋਂ ਬਿਨਾਂ ਕੁਝ ਹੈ ਨਹੀਂ, ਪਰ ਸਾਨੂੰ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਅਸੀਂ ਮਾਨਸਿਕ ਤੌਰ ਤੇ ਰੋਗੀ ਹਾਂ। ਸੱਚੇ ਬਾਝੋਂ ਕੋ ਅਵਰ ਨਾ ਦੁਆ, ਦੂਜੇ ਲਾਗ ਜਗ ਖਪ ਖਪ ਮੁਆ। ਦੂਜੇ ਭਾਵ ਸੰਸਾਰ ਵਿੱਚ ਲੱਗ ਕੇ, ਮਾਇਆ ਵਿੱਚ ਲੱਗ ਕੇ ਜੀਵ ਖੁਆਰ ਹੋ ਰਿਹਾ ਹੈ। ਕਿੰਨਾ ਕੁ ਖੁਆਰ ਹੋ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ। ਧਨਾਸਰੀ ਰਾਗ ਦੇ ਵਿੱਚ ਇਸ ਸਮੇਂ ਸਤਿਗੁਰੂ ਜੀ ਜੋ ਇਸ ਸਮੇਂ ਪਾਕਿਸਤਾਨ ਵਿੱਚ ਸਥਾਨ ਹੈ, ਜੋ ਸਤਘਰਾ ਸ਼ਹਿਰ, ਉਹਦਾ ਜਿਹੜਾ ਮਿੰਟ ਗੁਮਰੀ ਦਾ ਇਹ ਸ਼ਹਿਰ ਹੈ, ਮਿੰਟ ਗੁਮਰੀ ਜਿਹੜਾ ਜ਼ਿਲ੍ਹਾ, ਉੱਥੇ ਇੱਕ ਦਪਾਲਪੁਰ ਨਗਰ ਹੈ। ਉਸ ਦਪਾਲਪੁਰ ਦੇ ਬਾਹਰ ਇੱਕ ਕੋਹੜੀ ਦਾ ਛੋਟਾ ਜਿਹਾ ਘਰ ਹੈ, ਉਹਦੀ ਝੌਂਪੜੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਮਰਦਾਨੇ ਦੇ ਸਹਿਤ ਉੱਥੇ ਪਹੁੰਚਦੇ। ਨਗਰ ਦੇ ਲੋਕ ਬੜੇ ਨਾਸਤਕ ਨੇ, ਰਹਿਣ ਵਾਸਤੇ ਜਗ੍ਹਾ ਨਹੀਂ ਦਿੰਦੇ, ਸਗੋਂ ਮਜ਼ਾਕ ਕਰਦੇ ਨੇ, ਮਖੌਲ ਕਰਦੇ ਨੇ, ਉਸ ਕੋਹੜੀ ਵੱਲ ਭੇਜ ਦਿੰਦੇ ਨੇ। ਰਾਤ ਦਾ ਸਮਾਂ ਹੋ ਚੁੱਕਿਆ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਾ ਕੇ ਆਵਾਜ਼ ਜਦੋਂ ਲਗਾਉਂਦੇ ਨੇ, ਕੋਹੜੀ ਬਾਹਰ ਆਉਂਦਾ ਹੈ। ਸਾਰੇ ਸਰੀਰ ਤੇ ਕੋਹੜ ਫੁੱਟਿਆ ਹੋਇਆ। ਜਿਵੇਂ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ, ਉਹਦੇ ਸਰੀਰ ਨੂੰ, ਉਹਦੇ ਮਨ ਨੂੰ ਕੁਝ ਸ਼ਾਂਤੀ ਮਿਲਦੀ ਹੈ। ਜਿੰਨਾ ਚਿਰ ਦਰਸ਼ਨ ਕਰਦਾ ਹੈ ਇਹ ਅਵਸਥਾ ਬਣੀ ਰਹਿੰਦੀ ਹੈ। ਜਦੋਂ ਗੂੜਾ ਹਨੇਰਾ ਹੋ ਜਾਂਦਾ, ਆਪਣੀ ਝੌਂਪੜੀ ਵਿੱਚ ਬੈਠ ਜਾਂਦਾ। ਕਹਿੰਦੇ ਮਹਾਰਾਜ ਮੇਰੇ ਕੋਲ ਤਾਂ ਬੰਦੇ ਨੇ ਤਾਂ ਕੀ ਆਉਣਾ, ਡਰਦੇ ਹੋਏ ਪੰਛੀ ਵੀ ਨਹੀਂ ਆਉਂਦੇ। ਰਾਤ ਦਾ ਹਨੇਰਾ ਜਿਵੇਂ ਹੋ ਜਾਂਦਾ, ਸਤਿਗੁਰੂ ਜੀ ਆਪਣੇ ਨਿਜ ਸਰੂਪ ਵਿੱਚ ਟਿਕ ਕੇ ਬੈਠ ਜਾਂਦੇ ਨੇ। ਕੋਹੜੇ ਕੁਝ ਸਮਾਂ ਆਪਣੀ ਆਵਾਜ਼ ਨੂੰ ਦਬਾ ਕੇ ਰੱਖਦਾ ਹੈ। ਜਿਸ ਪੀੜਾ ਕਰਕੇ ਉਹ ਤੜਪ ਰਿਹਾ ਸੀ, ਉਹਦੇ ਤੋਂ ਬਰਦਾਸ਼ਤ ਨਹੀਂ ਹੋਈ ਤੇ ਉਹ ਰਾਤ ਨੂੰ, ਅੱਧੀ ਰਾਤ ਨੂੰ ਰੋਣ ਲੱਗ ਪਿਆ ਹੈ। ਉਹਦੀ ਉਸ ਪੀੜਾ ਨੂੰ ਸੁਣ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਨੂੰ ਕਹਿੰਦੇ, ਭਾਈ ਮਰਦਾਨਿਆ ਰਬਾਬ ਸੁਰ ਕਰ, ਬਾਣੀ ਆਈ ਹੈ। ਤੇ ਮਹਾਰਾਜ ਧਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਦੇ ਨੇ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਜਿਹਨੂੰ ਬਾਣੀ ਵਿਸਰ ਗਈ, ਵਾਹਿਗੁਰੂ ਦੀ ਸਿਫਤ ਸਲਾਹ ਵਡਿਆਈ ਵਿਸਰ ਗਈ, ਉਹ ਤੇ ਤਪਦਾ ਹੈ ਹਰ ਸਮੇਂ। ਦੂਜੇ ਲਾਗ ਜਗ ਖਪ ਖਪ ਮੁਆ। ਦੂਜੇ ਭਾਵ ਸੰਸਾਰ ਵਿੱਚ, ਮਾਇਆ ਵਿੱਚ ਲੱਗ ਕੇ ਤਾਂ ਜੀਵ ਖੁਆਰ ਹੁੰਦਾ ਹੈ। ਮਾਇਆ ਨੂੰ ਮਾੜਾ ਨਹੀਂ ਕਿਹਾ, ਮਾਇਆ ਵਿੱਚ ਰਹਿਣਾ ਪਰ ਲੱਗਣਾ ਹੈ ਵਾਹਿਗੁਰੂ ਦੇ ਚਰਨਾਂ ਨਾਲ। ਬਿਰਤੀ ਸਾਡੀ ਰੱਬ ਨਾਲ ਹੋਣੀ ਚਾਹੀਦੀ। ਕਾਰੋਬਾਰ ਕਰੋ, ਨੌਕਰੀਆਂ ਕਰੋ, ਪਰਿਵਾਰ ਵਿੱਚ ਰਹੋ, ਪਰ ਜਿਹੜੀ ਅੰਦਰ ਦੀ ਬਿਰਤੀ ਹੈ ਉਹ ਨਾਮ ਨਾਲ ਹੋਣੀ ਚਾਹੀਦੀ ਹੈ। ਪਰਿਵਾਰ ਮਾੜਾ ਨਹੀਂ ਹੈ, ਸੰਸਾਰ ਮਾੜਾ ਨਹੀਂ ਹੈ, ਪਰ ਵਾਹਿਗੁਰੂ ਨੂੰ ਵਿਸਾਰ ਕੇ ਜਦੋਂ ਜੀਵ ਚੱਲਦਾ ਹੈ ਫਿਰ ਇਹ ਖੁਆਰ ਹੁੰਦਾ ਹੈ। ਕਿੰਨਾ ਕੁ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਬੜਾ ਤਪਦਾ, ਬੜਾ ਖਪਦਾ ਹੈ ਵਿਕਾਰਾਂ ਦੇ ਵਿੱਚ। ਜੈ ਤਨ ਬਾਣੀ ਵਿਸਰ ਜਾਏ। ਜਿਹਨੂੰ ਬਾਣੀ ਵਿਸਰ ਗਈ, ਰੱਬ ਦੀ ਸਿਫਤ ਸਲਾਹ ਵਿਸਰ ਗਈ, ਜਿਉਂ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ
ਅੱਜ ਕੱਲ੍ਹ ਵੀ ਹੁੰਦੇ ਨੇ ਪੱਕੇ ਰੋਗੀ। ਪਹਿਲਾਂ ਪੱਕਾ ਰੋਗੀ ਕਹਿੰਦੇ ਸੀ ਕੋਹੜੀ ਨੂੰ, ਜਦੋਂ ਕੋਹੜ ਦੇ ਇਲਾਜ ਦੀ ਸੀਮਾ ਖਤਮ ਹੋ ਗਈ ਵੀ ਹੁਣ ਕੋਈ ਸਟੇਜ ਨਹੀਂ ਹੈ, ਇਹਦਾ ਇਲਾਜ ਨਹੀਂ ਹੋ ਸਕਦਾ, ਵੈਦ ਲੋਕ ਕਹਿ ਦਿੰਦੇ ਸੀ ਇਹਦਾ ਹੁਣ ਕੋਈ ਇਲਾਜ ਨਹੀਂ, ਬਸ ਇਹਦੀ ਸੇਵਾ ਕਰ ਲਓ। ਪੱਕਾ ਰੋਗੀ ਹੋ ਗਿਆ ਵੀ ਇਹਦਾ ਇਲਾਜ ਨਹੀਂ ਹੁਣ ਕੋਈ ਹੋ ਸਕਦਾ, ਹੁਣ ਤੇ ਬਸ ਮੌਤ ਹੀ ਇਹਨੂੰ ਆਵੇਗੀ। ਅੱਜ ਵੀ ਆਪਾਂ ਵੇਖਦੇ ਹਾਂ ਜਦੋਂ ਕੋਈ ਬਿਮਾਰੀ ਹੱਦ ਤੋਂ ਟੱਪ ਜਾਂਦੀ ਹੈ, ਡਾਕਟਰ ਵੱਡੇ ਵੱਡੇ ਡਾਕਟਰ ਸਪੈਸ਼ਲਿਸਟ ਉਹ ਵੀ ਹੱਥ ਖੜੇ ਕਰ ਜਾਂਦੇ ਨੇ, ਕਹਿੰਦੇ ਬਈ ਹੁਣ ਸਾਡੀ ਹੱਦ ਤੋਂ ਗੱਲੇ ਬਾਹਰ ਹੈ, ਇਹਦੀ ਸੇਵਾ ਕਰ ਲਓ, ਇਹ ਹੁਣ ਕੁਝ ਦਿਨਾਂ ਦਾ ਮਹਿਮਾਨ ਹੈ। ਦੁਨੀਆ ਕਹਿੰਦੀ ਪਰ ਮੇਰੇ ਸਤਿਗੁਰੂ ਨਹੀਂ ਕਹਿੰਦੇ। ਮੇਰਾ ਸਤਿਗੁਰੂ ਤਾਂ ਜਿਹੜਾ ਹੈ ਉਹ ਜਨਮਾਂ ਜਨਮਾਂ ਦੇ ਰੋਗਾਂ ਨੂੰ ਨਿਵਰਤ ਕਰਨ ਵਾਲਾ, ਜਿੱਥੇ ਸਾਇੰਸ ਖਤਮ ਹੁੰਦੀ ਹੈ ਸੰਸਾਰ ਹੱਥ ਖੜੇ ਕਰਦਾ ਹੈ, ਵੱਡੇ ਵੱਡੇ ਡਾਕਟਰ ਉੱਥੇ ਜਦੋਂ ਗੁਰੂ ਕਲਾ ਵਰਤਾ ਦਿੰਦਾ ਹੈ ਨਾ ਤੇ ਉਹ ਰੋਗ ਦੂਰ ਹੋ ਜਾਂਦੇ ਨੇ। ਜਨਮ ਜਨਮ ਕੇ ਦੁਖ ਨਿਵਾਰੈ, ਸੂਕਾ ਮਨ ਸਾਧਾਰੈ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਤੇ ਜਮਾਂ ਦੀਆਂ ਪਾਈ ਜਨਮਾਂ ਜਨਮਾਂ ਦੇ ਦੁੱਖ ਰੋਗ ਕਈ ਨਾ ਸਾਡੇ ਖੂਨ ਵਿੱਚ ਕਈ ਜਨਮਾਂ ਤੋਂ ਚੱਲੇ ਆ ਰਹੇ, ਸਾਡੇ ਮਾਪਿਆਂ ਦੇ ਬਜ਼ੁਰਗਾਂ ਦੇ, ਉਹ ਰੋਗ ਵੀ ਡਾਕਟਰ ਕਹਿੰਦੇ ਇਹਦਾ ਇਲਾਜ ਨਹੀਂ ਹੋ ਸਕਦਾ, ਬਲੱਡ ਵਿੱਚ ਚੱਲਿਆ ਆ ਰਿਹਾ ਹੈ, ਜਾਂ ਕਈ ਜਨਮਾਂ ਤੋਂ ਸਾਡਾ ਚੱਲਿਆ ਆ ਰਿਹਾ। ਮਹਾਰਾਜ ਕਹਿੰਦੇ ਬਾਣੀ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਤਾਂ ਉਹ ਵੀ ਕੱਟ ਦਿੰਦਾ ਹੈ। ਜਿਹਨੂੰ ਬਾਣੀ ਵਿਸਰ ਗਈ, ਵਾਹਿਗੁਰੂ ਦੀ ਸਿਫਤ ਸਲਾਹ ਵਿਸਰ ਗਈ, ਉਹ ਤੜਪਦਾ ਹੈ ਜਿਵੇਂ ਉਹ ਰੋਗੀ ਉਹ ਕੋਹੜੀ ਤੜਪ ਰਿਹਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸ਼ਬਦ ਉਚਾਰਨ ਕੀਤਾ ਹੈ, ਸਾਰੇ ਸ਼ਬਦ ਦਾ ਜਦੋਂ ਕੀਰਤਨ ਹੋਇਆ, ਸਮਾਪਤੀ ਹੋਈ, ਮਹਾਰਾਜ ਜੀ ਦੇ ਚਰਨਾਂ ਵਿੱਚੋਂ ਢਹਿ ਪਿਆ, ਉਹਦਾ ਦੁੱਖ ਜਾਂਦਾ ਰਿਹਾ, ਸਾਰਾ ਰੋਗ ਠੀਕ ਹੋ ਗਿਆ। ਉੱਥੇ ਇੱਕ ਪਿੱਪਲ ਦਾ ਦਰਖਤ ਸੀ, ਉਹ ਵੀ ਹਰਿਆ ਭਰਿਆ ਹੋ ਗਿਆ। ਨਗਰ ਦੇ ਲੋਕਾਂ ਨੂੰ ਪਤਾ ਲੱਗਾ, ਆ ਕੇ ਸਾਰੇ ਜਿਹੜੇ ਨਾਸਤਕ ਸੀ, ਜਿਹੜੇ ਜਿਹਨੂੰ ਨਹੀਂ ਮੰਨਦੇ, ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਣ ਲੱਗ ਪਏ। ਮਹਾਰਾਜ ਸਾਡੇ ਤੋਂ ਭੁੱਲ ਹੋ ਗਈ, ਅਸੀਂ ਤੁਹਾਡੇ ਰਾਤੀ ਤੁਹਾਡਾ ਨਿਰਾਦਰ ਕੀਤਾ, ਤੁਹਾਨੂੰ ਥਾਂ ਨਹੀਂ ਦਿੱਤੀ। ਇਹ ਕੋਹੜਾ ਰੋਗੀ ਜਿਹੜਾ ਨੂਰਾ ਸੀ, ਉਹਨੂੰ ਮਹਾਰਾਜ ਨੇ ਦੇਖੋ ਫਿਰ ਗੁਰਸਿੱਖ ਬਣਾਇਆ, ਨਾਮ ਬਾਣੀ ਦਾ ਬਾਣੀ ਦਿੱਤੀ ਦਾਤ। ਤੇ ਮਹਾਰਾਜ ਕਹਿੰਦੇ ਹੁਣ ਤੂੰ ਆਪ ਜੁੜ ਤੇ ਨਾਲੇ ਹੋਰਾਂ ਨੂੰ ਵੀ ਜੋੜ ਬਾਣੀ ਦੇ ਨਾਲ। ਇਹ ਮੇਰਾ ਵੈਦ ਗੁਰੂ ਗੋਬਿੰਦਾ, ਦੇਖੋ ਜਿਸ ਨੂੰ ਲੋਕ ਕਿੰਨੀ ਨਫ਼ਰਤ ਕਰਦੇ ਸਨ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਦਾ ਆਪਾਂ ਸ਼ਬਦ ਸਰਵਣ ਕਰ ਰਹੇ ਹਾਂ। ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਪ੍ਰੇਮਾ ਕੋਹੜੀ ਆਇਆ ਸੀ, ਖਾਈ ਪਿੰਡ ਦਾ ਰਹਿਣ ਵਾਲਾ ਸੀ, ਲਾਹੌਰ ਦਾ। ਸਾਰਾ ਸਰੀਰ ਰੋਗ ਨਾਲ ਭਰ ਗਿਆ ਸੀ। ਸੰਗਤ ਨੂੰ ਤਰਸ ਆਇਆ, ਘਰਦਿਆਂ ਨੇ ਤਾਂ ਨਗਰ ਤੋਂ ਬਾਹਰ ਜੰਗਲ ਵਿੱਚ ਸੁੱਟ ਦਿੱਤਾ ਸੀ ਇਹਨੂੰ। ਰੋਂਦਾ ਸੀ, ਵਿਲਕਦਾ ਸੀ। ਤੇ ਗੁਰਮੁਖੋ ਜਦੋਂ ਸੰਗਤ ਉੱਥੋਂ ਆ ਰਹੀ, ਗੋਬਿੰਦਵਾਲ ਸਾਹਿਬ ਨੂੰ ਇਹਨੇ ਬੇਨਤੀ ਕੀਤੀ ਮੇਰੇ ਤੇ ਤਰਸ ਕਰੋ। ਤੇ ਗੁਰੂ ਦੀ ਸੰਗਤ ਬੜੀ ਦਇਆਵਾਨ ਹੈ, ਬੜੇ ਬੜੇ ਪਾਪੀਆਂ ਤੇ ਤਰਸ ਕਰਦੀ, ਦਇਆ ਕਰਦੀ। ਉਸ ਕੋਹੜੀ ਪ੍ਰੇਮੇ ਕੋਹੜੀ ਨੂੰ ਚੁੱਕ ਕੇ ਲਿਆਂਦਾ ਤੇ ਗੁਰਦੁਆਰਾ ਸਾਹਿਬ ਜੀ ਗੋਬਿੰਦ ਸਾਹਿਬ ਜਿਹੜੀ ਡੋੜੀ ਤੋਂ ਬਾਹਰ ਉੱਥੇ ਉਹਨੂੰ ਉਤਾਰਾ ਕਰ ਦਿੱਤਾ ਉਹਦਾ। ਰੋਜ਼ ਪੜ੍ਹਦਾ, ਮੈਂ ਗਿਆ ਕਸੋਟਾ ਲੱਦਾ, ਮੈਂ ਗਿਆ ਕਸੋਟਾ ਲੱਦਾ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਿਰਪਾ ਹੋਈ, ਜਿੱਥੇ ਮਹਾਰਾਜ ਇਸ਼ਨਾਨ ਕਰਦੇ ਸੀ ਉਹ ਜਲ ਪੈਂਦਾ ਸੀ। ਮਹਾਰਾਜ ਕਹਿੰਦੇ ਜਦ ਦਇਆ ਦੇ ਘਰ ਵਿੱਚ ਆਏ, ਕਹਿੰਦੇ ਇਹਦਾ ਇਸ਼ਨਾਨ ਕਰਾ ਕੇ ਲਿਆਓ। ਉੱਥੇ ਇਸ਼ਨਾਨ ਹੋਇਆ, ਕੰਚਨ ਵਰਗੀ ਕਾਇਆ ਹੋ ਗਈ। ਸਾਰੇ ਕਹਿੰਦੇ ਮਹਾਰਾਜ ਇਹ ਤਾਂ ਮੁਰਾਰੀ ਵਰਗਾ ਲੱਗਦਾ ਹੈ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਇਹਦਾ ਨਾਮ ਮੁਰਾਰੀ। ਇੱਕ ਸਿੱਖ ਦੀ ਬੇਟੀ ਦਾ ਉਹਦੇ ਨਾਲ ਵਿਆਹ ਕੀਤਾ, ਉਹਦਾ ਨਾਮ ਸੀ ਮੱਥੋ ਮੁਰਾਰੀ। ਉਹਨਾਂ ਨੂੰ ਮਹਾਰਾਜ ਜੀ ਨੇ ਜਿਹੜੀ ਹੈ ਮੰਜੀ ਬਖਸ਼ੀ, ਸਿੱਖੀ ਦੇ ਪ੍ਰਚਾਰਕ ਬਣਾਇਆ। ਅੱਜ ਵੀ ਉਹਨਾਂ ਦੀ ਗੱਦੀ ਚੱਲਦੀ ਹੈ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਖਸ਼ਿਸ਼। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਪਰ ਸਾਡਾ ਲੇਵਲ ਮਨ ਦਾ, ਸ਼ਰਧਾ ਦਾ ਬੜਾ ਨੀਵਾਂ ਜਾ ਚੁੱਕਾ ਹੈ। ਹੁਣ ਜਿਹੜਾ ਪ੍ਰੇਮਾ ਕੋਹੜੀ ਹੈ, ਜਦੋਂ ਸੰਸਾਰ ਨੂੰ ਵੇਖ ਕੇ ਫਿਰ ਗੁਰੂ ਵੱਲ ਆਇਆ ਸੀ, ਰੋਗ ਨਾਲ ਭਰਿਆ ਹੋਇਆ, ਫਿਰ ਸ਼ਰਧਾ ਬਣੀ, ਫਿਰ ਦੁਨੀਆ ਦਾ ਮੋਹ ਟੁੱਟਿਆ ਵੀ ਦੁਨੀਆ ਸਾਰੀ ਤਾਂ ਇਹ ਦੁੱਖ ਦਾ ਘਰ ਹੈ, ਨਰਕ ਦਾ ਘਰ ਹੈ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਦੂਜੈ ਲਾਗ ਜਗ ਖੱਪ ਖੱਪ ਮੂਆ। ਕੋਈ ਵੀ ਇੱਕ ਵੀ ਪ੍ਰਮਾਣ ਦੇ ਦਿਓ ਵੀ ਜਿਹੜਾ ਸੰਸਾਰ ਨਾਲ ਜੁੜਿਆ ਰਿਹਾ ਤੇ ਉਹਨੂੰ ਸੁੱਖ ਪਾਇਆ ਹੈ। ਮਹਾਰਾਜ ਕਹਿੰਦੇ ਕੋਈ ਐਸਾ ਨਹੀਂ ਹੈ
ਜਿਹਨੇ ਵੀ ਰੱਬ ਨੂੰ ਵਿਸਾਰ ਕੇ ਹਉਮੈ ਕੀਤੀ, ਹੰਕਾਰ ਕੀਤਾ, ਵਕਾਰਾਂ ਵਿੱਚ ਲੱਗਾ, ਵੱਡੇ ਵੱਡੇ ਰਾਜਿਆਂ ਦਾ ਜ਼ਿਕਰ ਆਉਂਦਾ ਹੈ, ਉਹ ਜਿਹੜਾ ਹੈ ਖੁਆਰ ਹੋਇਆ ਹੈ। ਜਿਹਨੇ ਵੀ ਪਰਮਾਤਮਾ ਨੂੰ ਵਿਸਾਰਿਆ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਜਿਸ ਨੇ ਵਿਸਾਰਿਆ ਹੈ, ਮਹਾਰਾਜ ਕਹਿੰਦੇ ਗੁਰਮੁਖ ਹੋਵੇ ਸੋ ਏਕੋ ਜਾਣੈ, ਏਕੋ ਸੇਵ ਸੁਖ ਪਾਇਆ। ਗੁਰਮੁਖ ਦੀ ਨਿਸ਼ਾਨੀ ਕੀ ਹੈ? ਜਿਵੇਂ ਆਪਣੀਆਂ ਅੱਖਾਂ ਦੇ ਡਾਕਟਰ ਨੇ, ਸਪੈਸ਼ਲਿਸਟ ਅੱਖਾਂ ਦਾ ਡਾਕਟਰ, ਜੇਕਰ ਉਹਨੂੰ ਅੱਖਾਂ ਦਾ ਇਲਾਜ ਨਹੀਂ ਆਉਂਦਾ, ਆਪਾਂ ਉਹਨੂੰ ਕਿਵੇਂ ਕਹਿ ਦਾਂਗੇ ਅੱਖਾਂ ਦਾ ਸਪੈਸ਼ਲਿਸਟ ਹੈ? ਹਾਰਟ ਦਾ ਸਪੈਸ਼ਲਿਸਟ ਹੈ, ਹਾਰਟ ਦਾ ਉਹਨੂੰ ਪਤਾ ਹੀ ਨਹੀਂ ਹੈ, ਉਹ ਕਾਹਦਾ ਫਿਰ ਹਾਰਟ ਦਾ ਡਾਕਟਰ ਹੈ? ਸਰੀਰ ਦੇ ਸਾਰਿਆਂ ਨੂੰ। ਗੁਰਸਿੱਖ ਆਪਾਂ ਹੁਣ ਨਾਮ ਤੇ ਧਰਾ ਲੈਂਦੇ ਆ ਕਿ ਮੈਂ ਵੀ ਗੁਰਸਿੱਖ ਹਾਂ, ਪਰ ਗੁਰਸਿੱਖੀ ਦਾ ਸਾਨੂੰ ਪਤਾ ਨਹੀਂ ਅਸੀਂ ਕਾਹਦੇ ਗੁਰਸਿੱਖ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਰੀਆਂ ਸੰਗਤਾਂ ਨਮਸਕਾਰ ਕਰੋ, ਇੱਕ ਵਾਰੀ ਪਿਆਰ ਨਾਲ ਆਖੋ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਮੰਨੋਗੇ ਸਾਰੇ? ਮਹਾਰਾਜ ਸਾਨੂੰ, ਆਪਾਂ ਸਾਰਿਆਂ ਨੂੰ ਕਹਿੰਦੇ ਨੇ ਵਿੱਚੇ, ਅਸੀਂ ਵੀ ਪ੍ਰਚਾਰਕ ਜਿੰਨੇ ਗੁਰੂ ਘਰ ਦੇ ਸੇਵਾਦਾਰ ਗ੍ਰੰਥੀ ਸਾਹਿਬਾਨ ਸਾਰੇ ਆਪਾਂ ਵਿੱਚੇ ਹੀ ਆ ਜਾਂਦੇ ਹਾਂ। ਗੁਰੂ ਕੋ ਆਪਾਂ ਨੂੰ ਮਹਾਰਾਜ ਜੀ ਦਾ ਇੱਕ ਹੁਕਮ, ਗੁਰੂ ਰਾਮਦਾਸ ਜੀ ਦਾ ਇੱਕ ਬਚਨ ਪੱਲੇ ਬੰਨ ਲੋ, ਜੀਵਨ ਸਫਲ ਹੋ ਜਾਵੇਗਾ। ਮਹਾਰਾਜ ਕਹਿੰਦੇ ਮੇਰਾ ਸਿੱਖ ਅਖਵਾਉਂਦੇ ਹੋ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਮੇਰਾ ਸਿੱਖ ਜਿਹੜਾ ਖਵਾਉਂਦਾ ਹੈ ਉਹ ਅੰਮ੍ਰਿਤ ਵੇਲਾ ਨਹੀਂ ਖੁਝਾਉਂਦਾ ਕਦੇ ਵੀ। ਅਸੀਂ ਤੇ ਉੱਠਦੇ 10 ਵਜੇ ਹਾਂ, ਫਿਰ ਅਸੀਂ ਸਿੱਖਾਂ ਦੇ ਲੈਣ ਵਿੱਚ ਸਾਨੂੰ ਪੁੱਛਿਆ ਜਾਵੇ, ਅਸੀਂ ਅੱਗੇ ਆਵਾਂਗੇ ਵੀ ਮੈਂ ਸਭ ਤੋਂ ਵੱਡਾ ਸਿੱਖ ਹਾਂ, ਮੇਰੇ ਗਲ ਵਿੱਚ ਸਰੋਪਾ ਜ਼ਰੂਰ ਪਾਵੋ ਕਿਉਂਕਿ ਮੈਂ ਵੱਡਾ ਸਿੱਖ ਹਾਂ। ਤੇ ਅੰਮ੍ਰਿਤ ਵੇਲਾ ਸਾਡੇ ਕੋਲ ਹੈ ਨਹੀਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਚਨ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਿਸੇ ਕਥਾ ਵਾਚਕ ਦੀ ਗੱਲ ਨਾ ਮੰਨੋ, ਕਿਸੇ ਵਿਦਵਾਨ ਦੀ ਗੱਲ ਨਾ ਮੰਨੋ, ਗੁਰੂ ਰਾਮਦਾਸ ਜੀ ਦਾ ਬਚਨ ਮੰਨ ਲਵੋ। ਤੇ ਆਪਣੀਆਂ ਸਿਆਣਪਾਂ ਦੇ ਘੋੜੇ ਨਾ ਦੜਾਈਏ ਵੀ ਨਾਮ ਜਪਣ ਨਾਲ ਕੀ ਹੋਵੇਗਾ। ਬਸ ਅੰਮ੍ਰਿਤ ਵੇਲੇ ਉੱਠਣਾ ਹੈ, ਇਸ਼ਨਾਨ ਕਰਨਾ ਹੈ ਤੇ ਧੰਨ ਗੁਰੂ ਰਾਮਦਾਸ ਜੀ ਨੂੰ ਯਾਦ ਕਰਕੇ, ਮਹਾਰਾਜ ਤੁਸੀਂ ਬਚਨ ਆਖਿਆ ਤੇ ਮੈਂ ਬੈਠਣ ਲੱਗਾ ਚੌਂਕੜਾ ਮਾਰ ਕੇ ਹੁਣ ਮੂਲ ਮੰਤਰ ਦਾ, ਗੁਰ ਮੰਤਰ ਦਾ ਸਿਮਰਨ ਕਰਾਂਗਾ, ਜਪਜੀ ਸਾਹਿਬ ਦਾ 5 ਬਾਣੀ ਨਿਤਨੇਮ ਕਰਾਂਗਾ ਕਿਉਂਕਿ ਬਾਣੀ ਵੀ ਸਿਮਰਨ ਹੈ। ਤੇ ਗੁਰਮੁਖੋ ਮਹਾਰਾਜ ਕਹਿੰਦੇ ਗੁਰਮੁਖ ਹੋਵੇ ਸੋ ਇੱਕੋ ਜਾਣਿਆ। ਜਿਹੜਾ ਗੁਰਮੁਖ ਹੈ ਕੇਵਲ ਇੱਕੋ ਵਾਹਿਗੁਰੂ ਨੂੰ ਜਾਣਦਾ ਹੈ, ਕਿਸੇ ਹੋਰ ਦੇਵੀ ਦੇਵਤੇ ਕਿਸੇ ਦੀ ਮਨੋਤ ਨਹੀਂ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਿਆ ਤਬ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸਤਾਏ ਨਖਾਲਸ ਜਾਣੈ। ਮੇਰਾ ਖਾਲਸਾ ਕੌਣ ਹੈ? ਜਿਹੜਾ ਜਾਗਤ ਜੋਤ ਨੂੰ ਜਪਦਾ ਹੈ, ਬਾਣੀ ਨੂੰ, ਨਾਮ ਨੂੰ, ਸਿਮਰਨ ਨੂੰ ਜਪਦਾ ਹੈ। ਗੁਰਮੁਖ ਹੋਵੇ ਸੋ ਏਕੋ ਜਾਣੈ, ਏਕੋ ਸੇਵ ਸੁਖ ਪਾਵਣਿਆ। ਬਸ ਇੱਕ ਵਾਹਿਗੁਰੂ ਦੇ ਨਾਮ ਨੂੰ ਜਿਹੜਾ ਜਪੇਗਾ, ਆਰਾਧੇਗਾ, ਉਹਨੂੰ ਸੁਖ ਮਿਲੇਗਾ ਲੋਕ ਪਰਲੋਕ ਦਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਸੁਆਓ। ਸਮੇਂ ਦੀ ਸਮਾਪਤੀ ਹੈ। ਗੁਰਮੁਖੋ ਆਓ 2 ਮਿੰਟ ਸਿਰਫ ਸਾਧ ਸੰਗਤ, ਸਾਰੀਆਂ ਸੰਗਤਾਂ ਨੇ ਸਾਥ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਅਰਦਾਸ ਕਰੀਏ ਮਨੋ ਹੋ ਕੇ ਕਿ ਮਹਾਰਾਜ ਤੁਸੀਂ ਕਿਰਪਾ ਕਰੋ, ਕਿਉਂਕਿ ਅਰਦਾਸ ਭਗਤੀ ਬੜੀ ਵੱਡੀ ਭਗਤੀ ਹੈ। ਆਓ ਬਾਣੀ ਵਿੱਚ ਮਹਾਰਾਜ ਨੇ ਬਚਨ ਕੀਤੇ ਨੇ, ਐਸੀ ਅਰਦਾਸ ਕਰਨੀ ਹੈ ਗੁਰੂ ਚਰਨਾਂ ਦੇ ਵਿੱਚ। ਸਾਰੀਆਂ ਸੰਗਤਾਂ ਨੇ ਕਿਰਪਾ ਕਰਨੀ। ਵਿਸਰਨਾਈ ਦਾਤਾਰ, ਵਿਸਰਨਾਈ ਦਾਤਾਰ, ਵਿਸਰਨਾਈ ਦਾਤਾਰ, ਵਿਸਰਨਾਈ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਵਿਸਰਨਾਹੀ ਦਾਤਾਰ, ਵਿਸਰਨਾਹੀ ਦਾਤਾਰ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਸੋ ਸਾਧ ਸੰਗਤ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਔਰ ਸਤਿਗੁਰੂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਸ੍ਰੀ ਮਹਿਲਾ ਦੂਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪ੍ਰਵਾਹ